ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਸੁਖਮਣਾ ਦਾ ਪ੍ਰਕਾਸ਼ ਤੀਜੇ ਨੇਤਰ ਦੇ ਕੋਲ ਪਹੁੰਚਦਾ ਹੈ ਤਾਂ ਤੁਹਾਨੂੰ ਨਾਦੀ ਸੰਖ ਦੀ ਆਵਾਜ਼ ਸੁਣਾਈ ਦੇਣ ਲੱਗ ਜਾਵੇਗੀ। ਉਸ ਤੋਂ ਅਗਲੀ ਜੋ ਅਵਸਥਾ ਹੈ ਉਹ ਹੈ ਬ੍ਰਹਮਨਾਦ। ਬ੍ਰਹਮਨਾਦ ਨੂੰ ਵੱਜਣ ਦੇ ਲਈ ਕਾਫੀ ਜ਼ਿਆਦਾ ਸ਼ਕਤੀ ਦੀ ਜ਼ਰੂਰਤ ਪੈਂਦੀ ਹੈ। ਜਦੋਂ ਪ੍ਰਾਣ ਊਰਜਾ ਪ੍ਰਚੰਡ ਰੂਪ ਦੇ ਵਿੱਚ ਉੱਪਰ ਨੂੰ ਗਤੀ ਕਰੇਗੀ ਤਾਂ ਹੀ ਆਪ ਜੀ ਨੂੰ ਬ੍ਰਹਮਨਾਦ ਦੀ ਆਵਾਜ਼ ਸੁਣਾਈ ਦੇਣੀ ਹੈ। ਜਦੋਂ ਆਪ ਜੀ ਦੇ ਸਰੀਰ ਵਿੱਚ ਬ੍ਰਹਮਨਾਦ ਪ੍ਰਗਟ ਹੋ ਗਿਆ, ਉਸ ਤੋਂ ਬਾਅਦ ਆਪ ਜੀ ਦੇ ਰੋਮ ਰੋਮ ਵਿੱਚ ਨਾਮ ਚੱਲ ਪੈਣਾ ਹੈ। ਫਿਰ ਆਪ ਨੂੰ ਮੂੰਹ ਦੇ ਨਾਲ ਨਾਮ ਉਚਾਰਨ ਕਰਨ ਦੀ ਲੋੜ ਨਹੀਂ ਪਵੇਗੀ। ਜਿਵੇਂ ਜਿਵੇਂ ਆਪ ਜੀ ਨੇ ਹਰ ਦਿਨ ਸਾਧਨਾ ਵਿੱਚ ਆਪਣਾ ਸਮਾਂ ਦਿੱਤਾ ਤੇ ਆਪਣੇ ਆਪ ਹੀ ਮਨ ਨੇ ਨਿਰਮਲ ਹੋ ਜਾਣਾ ਹੈ। ਜਿਵੇਂ ਜਿਵੇਂ ਨਿਰਮਲ ਹੋਈ ਜਾਵੇਗਾ ਮਨ, ਉਸ ਦੇ ਨਾਲ ਤੁਹਾਡੇ ਕਰੈਕਟਰ ਦੇ ਵਿੱਚ, ਤੁਹਾਡੇ ਚਰਿੱਤਰ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਣ ਲੱਗ ਜਾਣੇ ਹਨ। ਕਹਿਣ ਤੋਂ ਭਾਵ ਕਿ ਤੁਹਾਡਾ ਸੁਭਾਅ ਆਪਣੇ ਆਪ ਹੀ ਬਦਲਣ ਲੱਗ ਜਾਵੇਗਾ। ਹਰ ਇੱਕ ਇਨਸਾਨ ਦੇ ਅੰਦਰ ਆਤਮਾ ਰੂਪੀ ਸਮੁੰਦਰ ਹੈ। ਜਿਵੇਂ ਜਿਵੇਂ ਆਪ ਜੀ ਦੇ ਅੰਦਰ ਅਵਸਥਾ ਬਣਦੀ ਜਾਵੇਗੀ, ਤਿਵੇਂ ਤਿਵੇਂ ਆਪ ਜੀ ਦੀ ਸੁਰਤੀ ਆਤਮ ਤੱਤ ਦੇ ਗਹਿਰੇ ਮੰਡਲਾਂ ਵਿੱਚ ਆਪਣੇ ਆਪ ਹੀ ਪ੍ਰਵੇਸ਼ ਕਰਨ ਲੱਗ ਜਾਵੇਗੀ। ਜਿੱਦਾਂ ਮੈਂ ਅਨੁਭਵ ਕੀਤਾ ਹੈ, ਪਰਮਾਤਮਾ ਇੱਕ ਕਿਨਾਰੇ ਰਹਿਤ ਸਮੁੰਦਰ ਹੈ। ਆਪ ਜਿੰਨਾ ਗਹਿਰਾ ਉਸ ਸਮੁੰਦਰ ਦੇ ਵਿੱਚ ਉਤਰਦੇ ਜਾਓਗੇ, ਓਨੀ ਹੀ ਸ਼ਾਂਤੀ ਵਾਲੀ ਅਵਸਥਾ ਤੁਹਾਡੇ ਅੰਤਰਾਕਰਣ ਦੇ ਵਿੱਚ ਬਣਦੀ ਜਾਵੇਗੀ। ਪਰਮਾਤਮਾ ਇੱਕ ਬਹੁਤ ਹੀ ਵੱਡਾ ਕਲਾਕਾਰ ਹੈ। ਉਹ ਇੱਕ ਬਹੁਤ ਵੱਡਾ ਚਿੱਤਰਕਾਰ ਹੈ। ਉਹ ਇੱਕ ਬਹੁਤ ਵੱਡਾ ਮੂਰਤੀਕਾਰ ਹੈ। ਉਹ ਬਹੁਤ ਵੱਡਾ ਸੰਗੀਤਕਾਰ ਹੈ। ਉਹਦੀ ਕਲਾ ਦਾ ਕੋਈ ਵੀ ਤੋੜ ਨਹੀਂ। ਜੋ ਵੀ ਚੀਜ਼ ਇੱਕ ਵਾਰੀ ਬਣਾ ਦਿੰਦਾ ਹੈ, ਉਸ ਨੂੰ ਦੁਬਾਰਾ ਉਹ ਰਿਪੀਟ ਨਹੀਂ ਕਰਦਾ, ਉਸ ਨੂੰ ਦੁਹਰਾਉਂਦਾ ਨਹੀਂ। ਇਸੇ ਹੀ ਤਰ੍ਹਾਂ ਜਦੋਂ ਵੀ ਆਪ ਹਰ ਦਿਨ ਸਾਧਨਾ ਵਿੱਚ ਪ੍ਰਵੇਸ਼ ਕਰੋਗੇ, ਆਪ ਨੂੰ ਨਵੇਂ ਤੋਂ ਨਵਾਂ ਹੀ ਅਨੁਭਵ ਹੋਣਾ ਹੈ। ਮੈਂ ਇੱਕ ਦਿਨ ਕਿਤਾਬ ਦੇ ਵਿੱਚ ਪੜ੍ਹ ਰਿਹਾ ਸੀ ਕਿ ਮਨੁੱਖ ਵਰਗੀ ਮਸ਼ੀਨ ਬਣਾਉਣੀ ਬਹੁਤ ਮੁਸ਼ਕਲ ਹੈ। ਇੱਕ ਛੋਟੇ ਜਿਹੇ ਸਰੀਰ ਦੇ ਵਿੱਚ ਇੰਨੀ ਜ਼ਿਆਦਾ ਜਾਣਕਾਰੀ, ਇੰਨੀ ਜ਼ਿਆਦਾ ਸ਼ਕਤੀ ਪਰਮਾਤਮਾ ਨੇ ਕਿੱਦਾਂ ਫਿੱਟ ਕਰ ਦਿੱਤੀ ਹੈ। ਦੂਜੀ ਤਰਫ ਦੇਖਿਆ ਜਾਵੇ, ਇਨਸਾਨ ਦੇ ਹੰਕਾਰ ਨੂੰ ਤੋੜਨ ਵਾਸਤੇ ਪਰਮਾਤਮਾ ਨੇ ਕੀੜੀ ਵਿੱਚ ਇੰਨੀ ਜ਼ਿਆਦਾ ਸ਼ਕਤੀ ਪਾਈ ਹੈ ਕਿ ਇੱਕ ਛੋਟੀ ਜਿਹੀ ਕੀੜੀ ਆਪਣੇ ਸਰੀਰ ਤੋਂ ਉਹ 40 ਗੁਣਾ ਵਜਨ ਵੱਧ ਚੁੱਕ ਲੈਂਦੀ ਹੈ। ਇੱਕ ਨਿੱਕੀ ਜਿਹੀ ਕੀੜੀ ਦੇ ਵਿੱਚ ਪਰਮਾਤਮਾ ਨੇ ਪਤਾ ਹੀ ਨਹੀਂ ਕੀ ਕੁਝ ਪਾ ਛੱਡਿਆ ਹੈ। ਹੁਣ ਕੁਦਰਤ ਨੇ ਦੇਖੋ ਕਿੱਡੀ ਵਿਸ਼ਾਲ ਧਰਤੀ ਹੈ, ਇਸ ਨੂੰ ਹਵਾ 'ਚ ਰੋਕਿਆ ਹੈ। ਫਿਰ ਸੂਰਜ ਹੈ, ਫਿਰ ਚੰਦਰਮਾ ਹੈ। ਕਿੱਦਾਂ ਜਦੋਂ ਰਾਤ ਹੋ ਜਾਂਦੀ ਹੈ, ਸੂਰਜ ਦਾ ਪ੍ਰਕਾਸ਼ ਚੰਦਰਮਾ 'ਤੇ ਵੱਜ ਕੇ ਵਾਪਸ ਆਉਂਦਾ ਹੈ ਧਰਤੀ 'ਤੇ। ਉਹਦਾ ਆਪਣਾ ਇੱਕ ਮਕਸਦ ਹੈ, ਸੂਰਜ ਦਾ ਆਪਣਾ ਇੱਕ ਮਕਸਦ ਹੈ। ਜਿੱਦਾਂ ਸੂਰਜ ਕੀ ਕਰ ਰਿਹਾ ਹੈ ਕਿ ਪ੍ਰਕਾਸ਼ ਉਹ ਸਾਨੂੰ ਦਿੰਦਾ ਹੈ, ਉਹਦੇ ਕਰਕੇ ਹੀ ਸਾਡੀ ਧਰਤੀ ਜਿੰਦਾ ਹੈ। ਇੱਥੋਂ ਤੱਕ ਕਿ ਜਿਹੜੀ ਸਾਡੀ ਧਰਤੀ ਆ, ਉਹਦੇ ਅੰਦਰ ਵੀ ਜਿੱਦਾਂ ਲਾਈਫ ਹੈ। ਮਤਲਬ ਕਹਿਣ ਤੋਂ ਭਾਵ ਕਿ ਜਿੱਦਾਂ ਆਪਾਂ ਜਿੰਦਾ ਹਾਂ, ਇਸੇ ਤਰ੍ਹਾਂ ਸਾਡੀ ਧਰਤੀ ਵੀ ਜਿੰਦਾ ਹੈ। ਹੁਣ ਆਪ ਜੀ ਦੇ ਨਾਲ ਇਹ ਜੋ ਵਿਚਾਰ ਕੀਤੀ ਹੈ, ਇਹਦਾ ਮਕਸਦ ਇੰਨਾ ਹੈ ਕਿ ਕੁਦਰਤ ਨੇ ਹਰ ਇੱਕ ਚੀਜ਼ ਨੂੰ ਬੜੇ ਹੀ ਸਿਸਟਮ ਦੇ ਨਾਲ ਆਰਗੇਨਾਈਜ਼ ਕਰਕੇ ਰੱਖਿਆ ਹੈ। ਇਸੇ ਹੀ ਤਰ੍ਹਾਂ ਸਾਡੇ ਜੀਵਨ ਦਾ ਹਰ ਇੱਕ ਹਿਸਾਬ ਉਸ ਕੁਦਰਤ ਕੋਲ ਹੈ। ਉਸਨੇ ਸਾਡੇ ਅੰਦਰ ਵੀ ਇੱਕ ਐਸਾ ਮਾਦਾ ਬਣਾ ਕੇ ਰੱਖਿਆ ਹੈ ਜੋ ਕਾਰਨ ਸਰੀਰ ਦੇ ਤੌਰ 'ਤੇ ਸਾਡੇ ਹਰ ਇੱਕ ਕਰਮ ਦਾ ਹਿਸਾਬ ਆਪਣੇ ਕੋਲ ਜਮ੍ਹਾਂ ਕਰਕੇ ਰੱਖਦਾ ਹੈ। ਗਿਆਨ ਜੋ ਹੁੰਦਾ ਹੈ ਉਹ ਸਾਡੇ ਅੰਤਰਾਕਰਣ 'ਚੋਂ ਪ੍ਰਗਟ ਹੁੰਦਾ ਹੈ। ਸਧਾਰਨ ਤੌਰ 'ਤੇ ਮਨੁੱਖ ਨੂੰ ਇਹ ਸਿਖਾਇਆ ਜਾਂਦਾ ਹੈ, ਤੁਸੀਂ ਸੇਵਾ ਕਰੋ, ਤੁਸੀਂ ਦਾਨ ਕਰੋ, ਸੱਚ ਬੋਲੋ, ਝੂਠ ਨਾ ਬੋਲੋ। ਇਹ ਸਭ ਕਰਮ ਕਾਂਡ ਹਨ। ਚੰਗਿਆਈ ਰੂਪੀ ਜੋ ਮਾਦਾ ਹੈ ਉਹ ਹਰ ਇੱਕ ਮਨੁੱਖ ਦੇ ਅੰਦਰ ਹੈ। ਬਸ ਲੋੜ ਹੈ ਉਸ ਮਾਦੇ ਤੱਕ ਪਹੁੰਚਣ ਦੀ। ਸਧਾਰਨ ਮਨੁੱਖ ਦਾ ਧਿਆਨ ਦੂਜੇ ਮਨੁੱਖਾਂ ਦੇ ਵਿੱਚ ਹੁੰਦਾ ਹੈ। ਉਹ ਆਪਣੇ ਆਪ ਦੇ ਬਾਰੇ ਕਦੇ ਸੋਚ ਵਿਚਾਰ ਕਰਦਾ ਹੀ ਨਹੀਂ, ਨਾ ਹੀ ਉਹ ਚੰਗੇ ਗੁਣਾਂ ਰੂਪੀ ਖਜ਼ਾਨੇ ਨੂੰ ਪ੍ਰਾਪਤ ਕਰਨ ਦੇ ਲਈ ਕਦੇ ਕੋਸ਼ਿਸ਼ ਕਰਦਾ ਹੈ। ਦੋ ਕਿਸਮ ਦੀ ਉਪਾਸਨਾ ਹੁੰਦੀ ਹੈ ਜਿਸ ਵਿੱਚ ਹਰ ਇੱਕ ਮਨੁੱਖ ਆ ਜਾਂਦਾ ਹੈ। ਇੱਕ ਹੈ ਸਾਕਾਰ ਰੂਪ, ਇੱਕ ਹੈ ਨਿਰਾਕਾਰ ਰੂਪ।
ਸਾਕਾਰ ਰੂਪ ਦੀ ਆਰਾਧਨਾ ਕਰਨ ਵਾਲੇ, ਉਪਾਸਨਾ ਕਰਨ ਵਾਲੇ ਬਹੁਤ ਗਿਣਤੀ ਲੋਕ ਹਨ, ਪਰ ਸਾਕਾਰ ਦੀ ਉਪਾਸਨਾ ਕਰਨ ਦੇ ਨਾਲ ਮਨੁੱਖ ਦੇ ਅੰਤਰਾਕਰਣ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਮਨੁੱਖ ਉਸੇ ਹੀ ਤਰ੍ਹਾਂ ਦਾ ਜੀਵਨ ਬਤੀਤ ਕਰਦਾ ਹੈ। ਜਿੰਨਾ ਚਿਰ ਤੱਕ ਅਸੀਂ ਨਿਰਾਕਾਰ ਦੀ ਆਰਾਧਨਾ ਨਹੀਂ ਕਰਦੇ, ਜਿੰਨਾ ਚਿਰ ਤੱਕ ਅਸੀਂ ਨਿਰਾਕਾਰ ਨੂੰ ਅਨੁਭਵ ਨਹੀਂ ਕਰਦੇ, ਉਨਾ ਚਿਰ ਤੱਕ ਸਾਡਾ ਜੀਵਨ ਪਵਿੱਤਰ ਅਤੇ ਵਧੀਆ ਨਹੀਂ ਹੋ ਸਕਦਾ। ਜੋ ਲੋਕ ਸਾਕਾਰ ਦੀ ਪੂਜਾ ਕਰਦੇ ਹਨ, ਉਹਨਾਂ ਨੂੰ ਚੰਗੇ ਗੁਣ ਸਿਖਾਏ ਜਾਂਦੇ ਹਨ। ਉਹ ਸੱਜਣ ਪੁਰਸ਼ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਹ ਕੀ ਕਰਦੇ ਹਨ? ਦਾਨ ਕਰਦੇ ਹਨ, ਪੁੰਨ ਕਰਦੇ ਹਨ, ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਅੰਤਰਾਕਰਣ ਦੇ ਵਿੱਚ ਇਹਨਾਂ ਲੋਕਾਂ ਦਾ ਜੀਵਨ ਬਹੁਤ ਵਧੀਆ ਨਹੀਂ ਹੁੰਦਾ। ਜੋ ਪਰਮ ਧਰਮ ਹੈ ਉਸ ਦਾ ਮਤਲਬ ਹੈ ਆਪਣੇ ਬਾਰੇ ਗੱਲ ਕਰਨੀ। ਦੂਜੇ ਕੀ ਕਰ ਰਹੇ ਹਨ ਉਹ ਇੰਨਾ ਇੰਪੋਰਟੈਂਟ ਨਹੀਂ ਹੈ। ਅਸੀਂ ਖੁਦ ਸਹੀ ਚੱਲ ਰਹੇ ਹਾਂ, ਸਹੀ ਰਸਤੇ ਚੱਲ ਰਹੇ ਹਾਂ, ਇਹ ਬਹੁਤ ਮਹੱਤਵਪੂਰਨ ਗੱਲ ਹੈ। ਇਸੇ ਲਈ ਬਾਣੀ ਵਿੱਚ ਉਚਾਰਨ ਕੀਤਾ ਗਿਆ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਆਪਾਂ ਆਪਣੇ ਆਪ ਨੂੰ ਸਹੀ ਕਰਨਾ ਹੈ। ਸਧਾਰਨ ਤੌਰ 'ਤੇ ਮਨੁੱਖ ਦੂਸਰੇ ਮਨੁੱਖਾਂ ਦੀ ਬੁਰਾਈ ਕਰਦਾ ਹੈ, ਉਹਨਾਂ ਦੀ ਨਿੰਦਿਆ ਕਰਦਾ ਹੈ। ਇਹਦਾ ਕਾਰਨ ਇਹ ਹੈ ਤਾਂ ਜੋ ਇਸ ਨੂੰ ਆਪਣੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਹਨ ਉਹ ਛੋਟੀਆਂ ਨਜ਼ਰ ਆਉਣ। ਜ਼ਿਆਦਾਤਰ ਮਨੁੱਖ ਨਿੰਦਿਆ ਚੁਗਲੀ ਇਸੇ ਕਾਰਨ ਕਰਦਾ ਹੈ। ਕੋਸ਼ਿਸ਼ ਕਰੋ ਘੱਟ ਤੋਂ ਘੱਟ ਬੋਲਿਆ ਜਾਵੇ। ਪਰਮ ਅਵਸਥਾ ਨੂੰ ਆਪ ਨਿਰਵਿਚਾਰ ਅਵਸਥਾ ਦੇ ਵਿੱਚ ਹੀ ਅਨੁਭਵ ਕਰ ਸਕਦੇ ਹੋ। ਉਸ ਸ਼ਕਤੀ ਨੂੰ ਹੋਰ ਕਿਸੇ ਵੀ ਤਰੀਕੇ ਨਾਲ ਅਨੁਭਵ ਨਹੀਂ ਕੀਤਾ ਜਾ ਸਕਦਾ। ਜਦੋਂ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਤਾਂ ਹੀ ਬੋਲਿਆ ਜਾਵੇ, ਨਹੀਂ ਤੇ ਚੁੱਪ ਰਿਹਾ ਜਾਵੇ। ਹੌਲੀ ਹੌਲੀ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿ ਚੁੱਪ ਰਹਿਣ ਦੇ ਵਿੱਚ ਕਿੰਨਾ ਆਨੰਦ ਹੈ। ਇਹੋ ਕਾਰਨ ਸੀ ਪੁਰਾਤਨ ਸਮੇਂ ਵਿੱਚ ਲੋਕ ਮੌਨੀ ਹੋ ਜਾਂਦੇ ਸਨ। ਜਦੋਂ ਆਪਾਂ ਅੰਤਰਾਕਰਣ ਵਿੱਚੋਂ ਚੁੱਪ ਹੋ ਜਾਂਦੇ ਹਾਂ ਤਾਂ ਅਸੀਂ ਸਾਰੇ ਬ੍ਰਹਮ ਦੇ ਨਾਲ ਅਟੈਚ ਹੋ ਜਾਂਦੇ ਹਾਂ। ਜਦੋਂ ਅਸੀਂ ਬੋਲਣਾ ਸ਼ੁਰੂ ਕਰਦੇ ਹਾਂ ਅਸੀਂ ਬ੍ਰਹਮ ਤੋਂ ਵੱਖ ਹੋ ਜਾਂਦੇ ਹਾਂ। ਬਹਿਸ ਬਸਈਏ ਨਹੀਂ ਕਰਨੇ। ਜਿੱਥੋਂ ਵੀ ਗਿਆਨ ਮਿਲੇ ਉਸ ਨੂੰ ਪ੍ਰਾਪਤ ਕਰ ਲੈਣਾ ਚਾਹੀਦਾ ਹੈ, ਪਰ ਗਿਆਨ ਦਾ ਸਰੋਤ ਵੀ ਚੈੱਕ ਕਰਨਾ ਜ਼ਰੂਰੀ ਹੈ। ਗਲਤ ਗਿਆਨ ਨੂੰ ਪ੍ਰਾਪਤ ਕਰਨ ਦੇ ਨਾਲ ਜਿਹੜੀ ਮਨ ਦੀ ਦੁਰਮਿਤ ਹੈ ਉਹ ਦੂਰ ਨਹੀਂ ਹੁੰਦੀ। ਮਨੁੱਖਾ ਜਨਮ ਇੱਕ ਐਸੀ ਕੜੀ ਹੈ, ਇਹਦੇ ਵਿੱਚ ਸਾਰੇ ਅਗਿਆਨ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਤੇ ਤੱਤ ਦੇ ਵਿੱਚ ਤੱਤ ਨੂੰ ਮੇਲਿਆ ਜਾ ਸਕਦਾ ਹੈ। ਕਹਿਣ ਤੋਂ ਭਾਵ ਆਪਣੇ ਅੰਦਰ 5 ਤੱਤ ਹਨ। ਇਹਨਾਂ 5 ਤੱਤਾਂ ਨੂੰ ਸਾਨੂੰ ਉਹਨਾਂ ਦੇ ਰੂਪ ਵਿੱਚ ਲੈ ਕੇ ਜਾਣਾ ਪਵੇਗਾ। ਜਿੰਨਾ ਚਿਰ ਤੱਕ ਅਸੀਂ ਇਹਨਾਂ 5 ਤੱਤਾਂ ਨੂੰ ਵਾਪਸ ਨਹੀਂ ਕਰ ਦਿੰਦੇ, ਉਹਨਾਂ ਚਿਰ ਤੱਕ ਸਾਨੂੰ ਇਸ ਸ੍ਰਿਸ਼ਟੀ ਦੀ ਇਸ ਕਿਰਿਆ ਤੋਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਕੋਈ ਵੀ ਮਨੁੱਖ ਜਦੋਂ 3-4 ਮਹੀਨੇ ਲਗਾਤਾਰ ਬਿਨਾਂ ਨਾਗੇ ਸਾਧਨਾ ਕਰਦਾ ਹੈ ਤਾਂ ਉਸ ਦੀ ਬਹੁਤ ਵਧੀਆ ਅਵਸਥਾ ਬਣ ਜਾਂਦੀ ਹੈ। ਜਿਵੇਂ ਜਿਵੇਂ ਆਪ ਜੀ ਨੇ ਅੰਤਰਾਕਰਣ ਵਿੱਚ ਸਫ਼ਰ ਸ਼ੁਰੂ ਕੀਤਾ ਤਾਂ ਆਪ ਨੂੰ ਰਸਤੇ ਵਿੱਚ ਬਹੁਤ ਸਾਰੇ ਪੜਾਅ ਮਿਲਣੇ ਹਨ। ਉਹਨਾਂ ਪੜਾਵਾਂ ਦੇ ਬਾਰੇ ਜੇਕਰ ਆਪ ਜੀ ਨੂੰ ਗਿਆਨ ਹੈ ਤਾਂ ਉਸ ਦੇ ਨਾਲ ਯਾਤਰਾ ਕਾਫੀ ਸੁਖਾਵੀਂ ਹੋ ਜਾਂਦੀ ਹੈ। ਵੈਸੇ ਰਿਕਾਰਡਿੰਗਾਂ ਦੇ ਵਿੱਚ ਸਾਰੇ ਮੀਲ ਪੱਥਰਾਂ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਜੋ ਆਪ ਨੂੰ ਕੋਈ ਮੁਸ਼ਕਲ ਨਾ ਆਵੇ। ਮੀਲ ਪੱਥਰ ਹਨ ਅਵਸਥਾ। ਜਿਵੇਂ ਜਿਵੇਂ ਪ੍ਰਕਾਸ਼ ਸਰੀਰ ਦੇ ਵਿੱਚ ਮੂਵ ਹੋਵੇਗਾ ਤੇ ਆਪ ਜੀ ਦੇ ਅੰਦਰ ਉਹ ਪਰਿਵਰਤਨ ਆਉਣੇ ਸ਼ੁਰੂ ਹੋ ਜਾਣਗੇ। ਮੀਲ ਪੱਥਰਾਂ ਨੂੰ ਵੇਖ ਕੇ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਮੇਰਾ ਜਿਹੜਾ ਪ੍ਰਾਣ ਪ੍ਰਕਾਸ਼ ਹੈ ਉਹ ਕਿਸ ਮੰਡਲ 'ਚ ਪਹੁੰਚ ਚੁੱਕਿਆ ਹੈ, ਸਰੀਰ ਦੇ ਕਿਸ ਹਿੱਸੇ ਤੱਕ ਪਹੁੰਚ ਚੁੱਕਿਆ ਹੈ। ਜੇਕਰ ਮਨੁੱਖ ਕੇਵਲ ਮੰਜ਼ਿਲ ਦੇ ਬਾਰੇ ਗੱਲਾਂ ਹੀ ਕਰਦਾ ਰਹੇ ਤਾਂ ਉਹ ਕਦੇ ਵੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਮੰਜ਼ਿਲ 'ਤੇ ਪਹੁੰਚਣ ਦਾ ਕੇਵਲ ਇੱਕੋ ਹੀ ਤਰੀਕਾ ਹੈ, ਚੱਲਣਾ ਪੈਣਾ ਹੈ। ਖੁਦ ਚੱਲਣਾ ਹੈ, ਆਪਣੇ ਅੰਤਰਾਕਰਣ ਵੱਲ ਗਤੀ ਕਰਨੀ ਹੈ, ਬਾਹਰ ਦੀ ਯਾਤਰਾ ਨਹੀਂ ਹੈ। ਜੇ ਕੋਈ ਮਨੁੱਖ ਬਾਹਰ ਜਾਂਦਾ ਹੈ ਤੇ ਭੜਕ ਜਾਵੇਗਾ। ਉਹ ਪਰਮ ਸ਼ਕਤੀ ਤੇ ਵੈਸੇ ਕਣ ਕਣ ਦੇ ਵਿੱਚ ਮੌਜੂਦ ਹੈ, ਪਰ ਬਾਹਰ ਲੱਭਣ ਜਾਵਾਂਗੇ ਤਾਂ ਭਰਮ ਦੇ ਵਿੱਚ ਚਲੇ ਜਾਵਾਂਗੇ। ਸਭ ਤੋਂ ਆਸਾਨ ਤਰੀਕਾ ਹੈ ਆਪਣੇ ਆਪ ਦੇ ਵਿੱਚ ਪਰਮਾਤਮਾ ਦੀ ਭਾਲ ਕਰਨੀ। ਅਜੇ ਤੱਕ ਜਿਸ ਵੀ ਮਨੁੱਖ ਨੇ ਪਰਮ ਸ਼ਕਤੀ ਨੂੰ ਜਾਣਿਆ ਹੈ ਉਸ ਨੇ ਕੇਵਲ ਆਪਣੇ ਅੰਤਰਾਕਰਣ ਦੇ ਵਿੱਚ ਜਾਣਿਆ ਹੈ। ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਕਿਸੇ ਵੀ ਅੰਗ ਨੂੰ ਖੋਲ੍ਹ ਕੇ ਦੇਖ ਲਵੋ, ਇਸ਼ਾਰਾ ਕੇਵਲ ਅੰਦਰ ਹੀ ਜਾਣ ਵਾਸਤੇ ਕੀਤਾ ਗਿਆ ਹੈ। ਜਦੋਂ ਇੱਕ ਦਿਨ ਆਪ ਜੀ ਦਾ ਮਿਲਣ ਪਰਮਾਤਮਾ ਰੂਪੀ ਸ਼ਕਤੀ ਦੇ ਨਾਲ ਹੋ ਜਾਵੇਗਾ, ਆਪਣੇ ਅੰਤਰਾਕਰਣ ਵਿੱਚ ਹੋ ਜਾਵੇਗਾ,
ਤਾਂ ਆਪ ਜੀ ਨੂੰ ਜर्रे ਜर्रे ਵਿੱਚ ਉਸੇ ਹੀ ਸ਼ਕਤੀ ਦਾ ਰੂਪ ਦਿਖਾਈ ਦੇਣਾ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮਨੁੱਖ ਸਭ ਕੁਝ ਜਾਣਦਾ ਹੈ, ਪਰ ਇਸ ਦੇ ਬਾਵਜੂਦ ਵੀ ਇਹ ਸਾਕਾਰ ਰੂਪ ਦੇ ਵਿੱਚੋਂ ਹੀ ਪਰਮਾਤਮਾ ਦੀ ਅਜੇ ਤੱਕ ਖੋਜ ਕਰੀ ਜਾ ਰਿਹਾ ਹੈ। ਕੇਵਲ ਇਹੋ ਹੀ ਕਾਰਨ ਹੈ ਬਹੁਤ ਗਿਣਤੀ ਮਨੁੱਖ ਕੇਵਲ ਕਰਮਕਾਂਡਾਂ ਵਿੱਚ ਭਟਕੀ ਜਾ ਰਿਹਾ ਹੈ। ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਤਿਵੇਂ ਤਿਵੇਂ ਸਾਧਨਾ ਦੇ ਵਿੱਚ ਇਕਾਗਰਤਾ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਂਦੀ ਹੈ। ਸੋ ਜਿੰਨੀ ਘੱਟ ਉਮਰ ਦੇ ਵਿੱਚ ਇਸ ਦਿਸ਼ਾ ਦੇ ਵੱਲ ਸਫ਼ਰ ਸ਼ੁਰੂ ਕੀਤਾ ਜਾਵੇ ਉਨੀ ਛੇਤੀ ਮੰਜ਼ਿਲ 'ਤੇ ਪਹੁੰਚਿਆ ਜਾ ਸਕਦਾ ਹੈ। ਦੂਸਰਾ ਇੱਕ ਹੋਰ ਵੀ ਫਾਇਦਾ ਹੈ ਕਿ ਜਦੋਂ ਆਪਾਂ ਘੱਟ ਉਮਰ ਦੇ ਵਿੱਚ ਸਾਧਨਾ ਸ਼ੁਰੂ ਕਰਦੇ ਹਾਂ, ਬਿਲਕੁਲ ਜਿੱਦਾਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਜਾਂਦੇ ਹਨ, ਤਾਂ ਦੇਖੋ ਉਹਨੂੰ ਕਿੰਨਾ ਵਿਆਜ ਪੈਂਦਾ ਹੈ। ਇਸੇ ਹੀ ਤਰ੍ਹਾਂ ਜਵਾਨੀ ਵਿੱਚ ਜਦੋਂ ਅਸੀਂ ਇੱਕ ਪਵਿੱਤਰ ਜੀਵਨ ਨੂੰ ਬਤੀਤ ਕਰਨਾ ਸ਼ੁਰੂ ਕਰਦੇ ਹਾਂ ਤੇ ਉਹਦਾ ਸਾਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਹੈ। ਧਿਆਨ ਸਿਮਰਨ ਜੋ ਸਾਧਨਾ ਹੈ ਉਹ ਕੇਵਲ ਆਪਣੇ ਜੀਵਨ ਨੂੰ ਸੁਥਰਾ ਕਰਨ ਵਾਸਤੇ ਹੈ, ਇੱਕ ਚੰਗਾ ਜੀਵਨ ਬਤੀਤ ਕਰਨ ਵਾਸਤੇ ਹੈ। ਵੈਸੇ ਇਸ ਯਾਤਰਾ ਦਾ ਕੋਈ ਅੰਤ ਨਹੀਂ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਹੀ ਲੱਭਣਾ ਹੈ। ਇਹ ਜੋ ਆਤਮਾ ਤੱਤ ਹੈ ਇਹ ਪਰਮਾਤਮਾ ਹੀ ਹੈ ਅਤੇ ਇਸ ਦੇ ਵਿੱਚ ਕਿਤੇ ਜਾਣਾ ਨਹੀਂ ਹੈ, ਕਿਉਂਕਿ ਆਪਾਂ ਉਸ ਤੱਤ ਦੇ ਵਿੱਚ ਪਹਿਲਾਂ ਹੀ ਬੈਠੇ ਹੋਏ ਹਾਂ। ਸਾਡੀ ਕੇਵਲ ਇੰਨਾ ਫਰਕ ਹੈ ਕਿ ਸਾਡੀ ਜਿਹੜੀ ਸੁਰਤੀ ਹੈ ਉਹ ਆਤਮ ਤੱਤ 'ਚੋਂ ਬਾਹਰ ਆ ਗਈ ਹੈ, ਹਉਮੈ ਦੇ ਕਰਕੇ ਉਹ ਗਤੀ ਕਰ ਰਹੀ ਹੈ। ਜਦੋਂ ਵੀ ਅਸੀਂ ਆਪਣੇ ਅਸਲੀ ਰੂਪ ਨੂੰ ਦੇਖ ਲੈਂਦੇ ਹਾਂ ਉਸ ਤੋਂ ਬਾਅਦ ਇਹ ਜਿਹੜੀ ਗਤੀ ਹੈ ਉਹ ਰੁਕ ਜਾਂਦੀ ਹੈ। ਸੁਖਮਨਾ ਤੋਂ ਬਾਅਦ ਜਦੋਂ ਇਹ ਪ੍ਰਕਾਸ਼ ਉੱਪਰ ਨੂੰ ਜਾਂਦਾ ਹੈ ਉਸ ਤੋਂ ਬਾਅਦ ਨਾਭੀ ਚੱਕਰ ਦੇ ਵਿੱਚ ਇੱਕ ਗੰਢ ਹੈ। ਮੂਲਾ ਧਾਰ ਦੇ ਲਾਗੇ ਈੜਾ ਪਿੰਗਲਾ ਦੀਆਂ 2 ਨਾੜੀਆਂ ਹਨ। ਇਹ ਨਾੜੀਆਂ ਉਨਾ ਚਿਰ ਤੱਕ ਪ੍ਰਕਾਸ਼ ਨਹੀਂ ਪੈਦਾ ਕਰਦੀਆਂ ਜਿੰਨਾ ਚਿਰ ਤੱਕ ਸੁਖਮਨਾ ਉੱਪਰ ਤੀਜੇ ਨੇਤਰ ਦੇ ਵਿੱਚ ਜਾ ਕੇ ਇਹਨਾਂ ਦੋਨਾਂ ਨਾੜੀਆਂ ਦੇ ਰਸਤੇ ਵਿੱਚ ਜੋ ਝਿੱਲੀ ਹੈ ਉਸ ਨੂੰ ਦੂਰ ਨਹੀਂ ਕਰਦੀ। ਸੁਖਮਨਾ ਦਾ ਪ੍ਰਕਾਸ਼ ਹੌਲੀ ਹੌਲੀ ਆਪਣਾ ਕਾਰਜ ਕਰਦਾ ਹੈ। 5-7 ਦਿਨ 10 ਦਿਨ ਲੱਗਣਗੇ। ਇੱਕ ਦਿਨ ਆਏਗਾ ਜਦੋਂ ਪ੍ਰਕਾਸ਼ ਪ੍ਰਗਟ ਹੋ ਜਾਵੇਗਾ ਤੇ ਇਸ ਪ੍ਰਕਾਸ਼ ਨੇ ਵੀ ਸੁਖਮਨਾ ਦੇ ਨਾਲ ਦੀ ਹੋ ਕੇ ਉੱਪਰ ਨੂੰ ਚਲੇ ਜਾਣਾ ਹੈ। ਇਹ ਤਿੰਨੇ ਪ੍ਰਕਾਸ਼ਾਂ ਦੇ ਰਸਤੇ ਦੇ ਵਿੱਚ ਕਈ ਜਗ੍ਹਾ 'ਤੇ ਮਿਲਣ ਹੁੰਦਾ ਹੈ। ਨਾਭੀ ਚੱਕਰ 'ਚ ਮਿਲਣ ਹੁੰਦਾ ਹੈ, ਫਿਰ ਹਿਰਦੇ ਚੱਕਰ 'ਚ ਮਿਲਣ ਹੁੰਦਾ ਹੈ, ਫਿਰ ਗਲੇ ਦੇ ਵਿੱਚ ਮਿਲਣ ਹੁੰਦਾ ਹੈ, ਫਿਰ ਉੱਪਰ ਬਿਲਕੁਲ ਜਿੱਥੇ ਆਪਾਂ ਜੂੜਾ ਕਰਦੇ ਹਾਂ ਉੱਥੇ ਜਾ ਕੇ ਮਿਲਣ ਹੁੰਦਾ ਹੈ। ਉਸ ਤੋਂ ਬਾਅਦ ਇੱਕ ਮਿਲਣ ਜਿੱਥੇ ਵਾਲ ਖਤਮ ਹੁੰਦੇ ਹਨ, ਮੱਥਾ ਸ਼ੁਰੂ ਹੁੰਦਾ ਹੈ, ਉੱਥੇ ਹੁੰਦਾ ਹੈ। ਉਸ ਤੋਂ ਬਾਅਦ ਇੱਕ ਮਿਲਣ ਜਿਹੜਾ ਹੈ ਉਹ ਤੀਜੇ ਨੇਤਰ ਦੇ ਵਿੱਚ ਹੁੰਦਾ ਹੈ, 1 ਇੰਚ ਅੰਦਰ ਦੀ ਤਰਫ। ਉੱਥੇ ਜਾ ਕੇ ਇਹ ਤਿੰਨੇ ਪ੍ਰਕਾਸ਼ ਇਕੱਠੇ ਹੋ ਜਾਂਦੇ ਨੇ। ਮਾਇਆ ਬਿਲਕੁਲ ਆਟੇ ਦੇ ਵਿੱਚ ਲੂਣ ਗੁੰਨਣ ਵਾਂਗੂ ਹੈ। ਜਿਸ ਤਰ੍ਹਾਂ ਆਟੇ ਦੇ ਵਿੱਚ ਲੂਣ ਗੁੰਨ ਦਈਏ, ਬਿਲਕੁਲ ਇਸੇ ਹੀ ਤਰ੍ਹਾਂ ਇਸ ਮਾਇਆ ਦਾ ਰੂਪ ਹੈ। ਸਾਨੂੰ ਮਾਇਆ ਦਾ ਗਿਆਨ ਉਨਾ ਚਿਰ ਤੱਕ ਨਹੀਂ ਹੋਣਾ ਜਿੰਨਾ ਚਿਰ ਤੱਕ ਅਸੀਂ ਆਪਣੇ ਅੰਤਰਾਕਰਣ ਵਿੱਚ ਸਥਿਰ ਨਹੀਂ ਹੋ ਜਾਂਦੇ। ਜਦੋਂ ਵੀ ਅਸੀਂ ਸਥਿਰ ਹੋ ਗਏ ਉਸੇ ਵਕਤ ਹੀ ਸਾਡੇ ਅੰਦਰ ਵਿਵੇਕ ਬੁੱਧੀ ਨੇ ਪ੍ਰਗਟ ਹੋ ਜਾਣਾ ਹੈ। ਆਪਨੇ ਆਨਲਾਈਨ ਜਾ ਕੇ ਈਅਰ ਪਲੱਗ ਮੰਗਾ ਲੈਣੇ ਹੈ। ਜਦੋਂ ਵੀ ਆਪਨੇ ਈਅਰ ਪਲੱਗ ਪਾ ਕੇ ਸਾਧਨਾ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਉਸ ਦੇ ਨਾਲ ਤੁਹਾਡਾ ਮਨ ਬਹੁਤ ਛੇਤੀ ਇਕਾਗਰ ਹੋਣ ਲੱਗ ਜਾਵੇਗਾ। ਜੇਕਰ ਆਪ ਸਾਧਨਾ ਸ਼ੁਰੂ ਕਰ ਦਿੰਦੇ ਹੋ ਤਾਂ ਕੋਸ਼ਿਸ਼ ਕਰੋ ਮੂੰਹ ਦੇ ਨਾਲ ਕਿਸੇ ਦੀ ਨਿੰਦਿਆ ਨਾ ਕਰੋ, ਕੰਨਾਂ ਦੇ ਨਾਲ ਕਿਸੇ ਦੀ ਚੁਗਲੀ ਨਾ ਸੁਣੋ। ਇਸ ਦੇ ਨਾਲ ਕੀ ਹੁੰਦਾ ਕਿ ਸਾਡੇ ਅੰਦਰ ਕਈ ਇਸ ਤਰ੍ਹਾਂ ਦੇ ਸੰਸਕਾਰ ਪੈਦਾ ਹੋਣ ਲੱਗ ਜਾਂਦੇ ਹਨ ਜਿਹੜੇ ਅੱਗੇ ਚੱਲ ਕੇ ਸਾਨੂੰ ਪਰੇਸ਼ਾਨ ਕਰਦੇ ਹਨ। ਕੋਸ਼ਿਸ਼ ਕਰੋ ਨਾ ਨਿੰਦਿਆ ਕੀਤੀ ਜਾਵੇ, ਨਾ ਹੀ ਨਿੰਦਿਆ ਸੁਣੀ ਜਾਵੇ। ਜੇਕਰ ਕਿਸੇ ਜਗ੍ਹਾ 'ਤੇ ਨਿੰਦਿਆ ਹੁੰਦੀ ਹੋਵੇ ਤਾਂ ਉਸ ਜਗ੍ਹਾ ਤੋਂ ਪਰੇ ਹਟ ਜਾਓ। ਇਹਦਾ ਕੀ ਇਹ ਕਾਰਨ ਹੈ ਕਿ ਸਾਡੇ ਮਸਤਕ ਦੇ ਅੰਦਰ ਤੇ ਆਲਰੇਡੀ ਬਹੁਤ ਸਾਰੀ ਜਾਣਕਾਰੀ ਹੈ। ਉਲਟਾ ਲੋਕਾਂ ਦੀਆਂ ਗੱਲਾਂ ਸੁਣ ਕੇ ਐਵੇਂ ਫਾਲਤੂ ਦਾ ਕਚਰਾ ਹੋਰ ਭਰਨ ਦੇ ਨਾਲ ਕੋਈ ਲਾਭ ਪ੍ਰਾਪਤ ਨਹੀਂ ਹੋਣਾ। ਮਨ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਹੈ, ਉਲਟਾ ਇਹੋ ਜਿਹੀਆਂ ਗੱਲਾਂ ਸੁਣ ਕੇ ਇਸਨੇ ਹੋਰ ਜ਼ਿਆਦਾ ਪਰੇਸ਼ਾਨ ਹੋਈ ਜਾਣਾ ਹੈ। ਜਦੋਂ ਵੀ ਟਾਈਮ ਮਿਲੇ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਜਾਓ। ਆਪਣਾ ਧਿਆਨ ਤੀਜੇ ਨੇਤਰ ਵਿੱਚ ਇਕਾਗਰ ਕਰ ਲੈਣਾ ਹੈ। ਸਾਧਨਾ ਵੈਸੇ ਤੇ ਆਪ 2 ਟਾਈਮ ਕਰ ਸਕਦੇ ਹੋ, 3 ਟਾਈਮ ਵੀ ਕਰ ਸਕਦੇ ਹੋ। ਅਗਰ ਸਰੀਰ ਨਹੀਂ ਚੱਲ ਪਾ ਰਿਹਾ ਤੇ ਜ਼ਿਆਦਾ ਸਾਧਨਾ ਨਹੀਂ ਕਰਨੀ, ਕੇਵਲ ਓਨੀ ਹੀ ਸਾਧਨਾ ਕਰਨੀ ਹੈ ਜਿੰਨਾ ਆਪ ਜੀ ਦਾ ਸਰੀਰ ਬਰਦਾਸ਼ਤ ਕਰ ਸਕੇ।
ਘੱਟੋ ਘੱਟ 6-7 ਘੰਟੇ ਸੌਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਕੋਈ ਮਨੁੱਖ ਸਾਧਨਾ ਕਰਦਾ ਹੈ, ਸ਼ੁਰੂ ਦੇ ਵਿੱਚ ਉਹਦਾ ਦਿਲ ਬਹੁਤ ਕਰਦਾ ਹੈ ਸਾਧਨਾ ਵਿੱਚ ਬੈਠਣ ਨੂੰ, ਰਾਤ ਨੂੰ ਵੀ ਕਈ ਵਾਰੀ ਜਾਗ ਆ ਜਾਂਦੀ ਹੈ। ਮੇਰੇ ਨਾਲ ਵੀ ਕੁਝ ਇਸੇ ਹੀ ਤਰ੍ਹਾਂ ਦੀ ਘਟਨਾ ਘਟੀ। ਮੇਰਾ ਦਿਲ ਕਰਦਾ ਸੀ ਜਦੋਂ ਵੀ ਜੀ ਕਰੇ ਸਾਧਨਾ ਵਿੱਚ ਬੈਠਿਆ ਜਾਵੇ। ਮੈਂ ਸਾਧਨਾ ਵਿੱਚ ਬਹੁਤ ਬੈਠਦਾ ਸਾਂ। ਫਿਰ ਮੈਂ ਇਹ ਚੀਜ਼ ਦਾ ਇੱਕ ਰਿਜ਼ਲਟ ਕੱਢਿਆ ਕਿ ਸਾਧਨਾ ਆਪਾਂ ਓਨੀ ਕਰ ਸਕਦੇ ਹਾਂ ਜਿੰਨਾ ਆਪਣਾ ਸਰੀਰ ਬਰਦਾਸ਼ਤ ਕਰੇ। ਜਦੋਂ ਆਪਣਾ ਜੀਵਨ ਦੇ ਵਿੱਚ ਥੋੜ੍ਹਾ ਬਹੁਤਾ ਬਦਲਾਅ ਆਉਣ ਡੈ ਪਏ, ਕਹਿਣ ਤੋਂ ਭਾਵ ਨੀਂਦ ਘਟ ਜਾਵੇ, ਉਦੋਂ ਸਾਧਨਾ ਜ਼ਿਆਦਾ ਨਹੀਂ ਕਰਨੀ ਚਾਹੀਦੀ। ਉਦੋਂ ਆਪਣੇ ਸਰੀਰ ਨੂੰ ਰੈਸਟ ਵੀ ਦੇਣੀ ਹੈ। ਹੁਣ ਸਾਧ ਸੰਗਤ ਜੀ, ਆਪ ਜੀ ਨੂੰ ਦੱਸਿਆ ਜਾਵੇਗਾ ਕਿ ਧਿਆਨ ਸਿਮਰਨ ਕਿਸ ਤਰ੍ਹਾਂ ਕਰਨਾ ਹੈ। ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੋ ਰਿਹਾ, ਸੁਰਤੀ ਇੱਧਰ ਉੱਧਰ ਭਟਕ ਰਹੀ ਹੈ, ਤਾਂ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਸਾਧਨਾ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇੱਕ ਮੂਲ ਮੰਤਰ ਦਾ ਪਾਠ ਕਰਨਾ ਹੈ, ਫਿਰ ਇੱਕ ਕੀਰਤਨ ਸ਼ਬਦ ਸੁਣਨਾ ਹੈ। ਕੀਰਤਨ ਸ਼ਬਦ ਸੁਣਨ ਤੋਂ ਬਾਅਦ ਆਪ ਨੇ ਮੂੰਹ ਦੇ ਨਾਲ 5 ਮਿੰਟ ਅੰਦਾਜ਼ੇ ਨਾਲ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਸਵਾਸ ਬਾਹਰ ਕੱਢਣ ਲੱਗਿਆਂ ਹੀ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਵਾਹਿਗੁਰੂ। ਵਾਹਿਗੁਰੂ ਦਾ ਜੋ ਸ਼ਬਦ ਹੈ, ਗੁਰੂ ਨੂੰ ਕਾਫੀ ਲੰਮਾ ਕਰਨਾ ਹੈ। ਉਹਨਾਂ ਚਿਰ ਤੱਕ ਗੁਰੂ ਦਾ ਉਚਾਰਨ ਕਰਦੇ ਹੀ ਜਾਣਾ ਹੈ ਜਿੰਨਾ ਚਿਰ ਤੱਕ ਆਪ ਜੀ ਦਾ ਪੇਟ ਪੂਰੀ ਤਰ੍ਹਾਂ ਹਵਾ ਤੋਂ ਖਾਲੀ ਨਹੀਂ ਹੋ ਜਾਂਦਾ। ਉਸ ਤੋਂ ਬਾਅਦ 5 ਮਿੰਟ ਮੂੰਹ ਦੇ ਨਾਲ ਹੀ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਹੈ, ਪਰ ਆਵਾਜ਼ ਨਹੀਂ ਕਰਨੀ। ਉਸ ਤੋਂ ਬਾਅਦ ਫਿਰ ਮੂੰਹ ਬੰਦ ਕਰ ਲੈਣਾ ਹੈ। ਨਾਸਾਂ ਰਾਹੀਂ ਜਦੋਂ ਸਵਾਸ ਬਾਹਰ ਨਿਕਲਣੇ ਹਨ, ਉਸ ਟਾਈਮ 'ਤੇ ਅੰਤਰਾਕਰਨ ਦੇ ਵਿੱਚ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਉਸ ਤੋਂ ਬਾਅਦ ਆਪਣੇ ਧਿਆਨ ਨੂੰ ਤ੍ਰਿਕੋਟੀ ਵਿੱਚ ਇਕਾਗਰ ਕਰ ਲੈਣਾ ਹੈ। ਉਸ ਜਗ੍ਹਾ 'ਤੇ ਆਪਣੇ ਧਿਆਨ ਨੂੰ ਲਗਾਤਾਰ ਬਣਾਈ ਰੱਖਣਾ ਹੈ। ਜਦੋਂ ਵੀ ਵਿਚਾਰ ਆਵੇ ਤੇ ਆਪ ਜੀ ਨੇ 1-2 ਵਾਰੀ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ ਮੂੰਹ ਦੇ ਨਾਲ ਬੋਲ ਕੇ, ਫਿਰ ਆਪਣੇ ਧਿਆਨ ਨੂੰ ਉੱਥੇ ਲੈ ਜਾਣਾ ਹੈ। ਇਸੇ ਹੀ ਤਰ੍ਹਾਂ ਆਪ ਨੇ ਸਾਧਨਾ ਕਰਨੀ ਹੈ। ਪਹਿਲੇ ਚਰਨ ਵਿੱਚ ਮੂਲ ਮੰਤਰ ਦਾ ਪਾਠ, ਉਸ ਤੋਂ ਬਾਅਦ ਕੀਰਤਨ ਸ਼ਬਦ ਨੂੰ ਸੁਣਨਾ ਹੈ, ਭਾਵੇਂ ਪੂਰਾ ਸੁਣ ਲਓ ਭਾਵੇਂ ਅੱਧਾ ਸੁਣ ਲਓ। ਉਸ ਤੋਂ ਬਾਅਦ ਮੂੰਹ ਦੇ ਰਾਹੀਂ ਜਦੋਂ ਸਵਾਸ ਬਾਹਰ ਕੱਢਣੇ ਹਨ, ਉਦੋਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਉਸ ਤੋਂ ਬਾਅਦ ਮੂੰਹ ਦੇ ਨਾਲ ਹੀ ਸ਼ਬਦ ਦਾ ਉਚਾਰਨ ਕਰਨਾ ਹੈ, ਪਰ ਆਵਾਜ਼ ਨਹੀਂ ਕਰਨੀ। ਬੁੱਲ ਵੀ ਹਿੱਲਣੇ ਚਾਹੀਦੇ ਹਨ, ਜ਼ਬਾਨ ਵੀ ਹਿੱਲਣੀ ਚਾਹੀਦੀ ਹੈ। ਉਸ ਤੋਂ ਅਗਲੇ ਚਰਨ ਦੇ ਵਿੱਚ ਮੂੰਹ ਬੰਦ ਕਰ ਲੈਣਾ ਹੈ। ਨਾਸਾਂ ਦੇ ਰਾਹੀਂ ਜਦੋਂ ਸਵਾਸ ਬਾਹਰ ਜਾਣ, ਉਦੋਂ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ ਹੈ। ਉਸ ਤੋਂ ਬਾਅਦ ਆਪਣਾ ਸਾਰਾ ਧਿਆਨ ਤ੍ਰਿਕੋਟੀ ਦੋਨੋਂ ਭਰੋਟਿਆਂ ਦੇ ਵਿਚਕਾਰ ਇਕਾਗਰ ਕਰ ਲੈਣਾ ਹੈ। ਲਗਭਗ ਅੰਦਾਜ਼ੇ ਨਾਲ 1 ਇੰਚ ਅੰਦਰ ਉਸ ਜਗ੍ਹਾ ਨੂੰ ਦੇਖਦੇ ਹੀ ਰਹਿਣਾ ਹੈ। ਜੇਕਰ ਵਿਚਾਰ ਸ਼ਾਂਤ ਹੋ ਗਏ ਹਨ ਤੇ ਬਹੁਤ ਵਧੀਆ, ਜੇਕਰ ਵਿਚਾਰ ਜ਼ਿਆਦਾ ਆਉਣ ਤਾਂ ਕੇਵਲ ਵਾਹਿਗੁਰੂ ਸ਼ਬਦ ਦਾ ਲੰਮਾ ਉਚਾਰਨ ਕਰਨਾ ਹੈ 2-3 ਵਾਰੀ। ਜਦੋਂ ਸੁਖਮਨਾ ਨਾੜੀ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਇਹਦਾ ਕੁਝ ਪ੍ਰਕਾਸ਼ ਦਾ ਹਿੱਸਾ ਤੁਸੀਂ ਵੇਖੋਗੇ ਕਿ ਨਾਭੀ ਦੇ ਲਾਗੇ ਆ ਰਿਹਾ ਹੈ। ਆਪ ਜੀ ਇਹ ਅਨੁਭਵ ਕਰੋਗੇ ਕਿ ਸੁਖਮਨਾ ਦਾ ਪ੍ਰਕਾਸ਼ ਕੁਝ ਸੱਜੀ ਵੱਖੀ 'ਚ ਜਾ ਰਿਹਾ ਹੈ ਅਤੇ ਕੁਝ ਪ੍ਰਕਾਸ਼ ਖੱਬੀ ਵੱਖੀ ਦੇ ਵਿੱਚ ਵੀ ਜਾ ਰਿਹਾ ਹੈ। ਇਸ ਪ੍ਰਕਾਸ਼ ਨੇ ਅੰਤਰਾਕਰਨ ਦੇ ਵਿੱਚ ਤੁਹਾਡੇ ਪੇਟ ਦੇ ਵਿੱਚ ਕਾਫੀ ਹਲਚਲ ਪੈਦਾ ਕਰ ਦੇਣੀ ਹੈ, ਔਰ ਉਹਦੇ ਕਰਕੇ ਆਪ ਜੀ ਦੀ ਜੋ ਨਾਭੀ ਹੈ ਉਹ ਕਿਤੇ ਕਦਾਈ ਪਿੱਛੇ ਰੀੜ੍ਹ ਦੀ ਹੱਡੀ ਵੱਲ ਨੂੰ ਵੀ ਖਿੱਚੀ ਜਾ ਸਕਦੀ ਹੈ। ਇਹ ਕਿਰਿਆ ਆਪਣੇ ਆਪ ਵੀ ਹੁੰਦੀ ਹੈ। ਇਸ ਕਿਰਿਆ ਦੇ ਵਿੱਚ ਆਪ ਜੀ ਨੂੰ ਝਟਕੇ ਲੱਗਣਗੇ। ਝਟਕੇ ਲੱਗਣ ਦਾ ਕਾਰਨ ਇਹੋ ਹੀ ਹੈ ਕਿ ਜਦੋਂ ਵੀ ਪ੍ਰਾਣ ਐਨਰਜੀ ਕਿਸੇ ਜਗ੍ਹਾ 'ਤੇ ਰੁਕਦੀ ਹੈ ਜਾਂ ਉਸ ਦੇ ਰਸਤੇ ਵਿੱਚ ਰੁਕਾਵਟ ਆਉਂਦੀ ਹੈ, ਉਸ ਨੂੰ ਦੂਰ ਕਰਨ ਦੇ ਲਈ ਆਪ ਨੂੰ ਝਟਕੇ ਲੱਗਣੇ ਹਨ। ਝਟਕਿਆਂ ਦੇ ਵਿੱਚ ਦੰਦੂ ਡਿੱਕੇ ਵੀ ਵੱਜ ਸਕਦੇ ਨੇ। ਜਦੋਂ ਦੰਦੇ ਡਿੱਕੇ ਵੱਜਣ ਤੇ ਆਪ ਲੰਮੇ ਪੈ ਕੇ ਸਾਧਨਾ ਕਰਿਆ ਕਰੋ। ਜਦੋਂ ਵੀ ਐਨਰਜੀ ਇੱਕ ਵਾਰੀ ਪ੍ਰਾਣ ਊਰਜਾ ਤੀਜੇ ਨੇਤਰ ਦੇ ਕੋਲ ਪਹੁੰਚ ਗਈ ਤਾਂ ਤੀਜੇ ਨੇਤਰ ਨੇ ਇਸ ਸ਼ਕਤੀ ਨੂੰ ਇੱਕਦਮ ਫੜ ਲੈਣਾ। ਫਿਰ ਆਪ ਜੀ ਨੇ 1-2 ਵਾਰੀ ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ, ਉਸੇ ਵਕਤ ਹੀ ਪ੍ਰਾਣ ਊਰਜਾ ਪ੍ਰਚੰਡ ਰੂਪ ਦੇ ਵਿੱਚ ਥੱਲੋਂ ਨਾਭੀ ਚੱਕਰ ਤੋਂ ਉੱਪਰ ਨੂੰ ਜਾਣੀ ਸ਼ੁਰੂ ਹੋ ਜਾਵੇਗੀ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।